ਦੇ ਉੱਤੇ ਸਰਕਾਰ ਦਾ ਯੂਥ ਕਾਂਗਰਸ ਵੱਲੋਂ ਅਸੀਂ ਜਦੋਂ ਸਾਡੀ ਕੱਲ ਪਰਸੋਂ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ, ਬੜੀ ਡਿਟੇਲ ਡਿਸਕਸ਼ਨ ਔਨ ਜੌਬਸ ਐਂਡ ਡਰੱਗਸ ਦੇ ਉੱਤੇ ਹੋਈ। ਉਹਦੇ ਫੈਸਲੇ ਵਿੱਚ ਘੱਟੋ ਘੱਟ 50,000 ਮੇਰੇ ਹਿਸਾਬ ਨਾਲ ਪ੍ਰਪੋਜ਼ਡ ਹੈਗੀਆਂ ਵਾ। ਅਗਰ ਪਾਸ ਹੋ ਜਾਂਦੀ ਆ, ਅਗਰ ਉਹ ਸਾਰੀਆਂ ਚੀਜ਼ਾਂ ਤੇ 50,000 ਤੋਂ 60,000 ਨੌਕਰੀ ਸਰਕਾਰ ਸਰਕਾਰੀ ਤੌਰ ਦੇ ਉੱਤੇ ਦੇਣ ਜਾ ਰਹੀ ਆ ਆਉਣ ਵਾਲੇ ਸਮੇਂ 'ਚ, ਔਰ ਤਕਰੀਬਨ 20 ਤੋਂ 22,000 ਪਹਿਲੋਂ ਦੇ ਚੁੱਕੀ ਆ। ਤਕਰੀਬਨ 1 ਲੱਖ ਤੋਂ 1.5 ਲੱਖ ਦੇ ਵਿੱਚ ਸਰਕਾਰੀ ਨੌਕਰੀ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਵਿੱਚ ਦੇ ਕੇ ਜਾਊ। ਜਿਹੜਾ ਬਾਬੇ ਨੇ ਜੋ ਕੁਝ ਕੀਤਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਪੀ ਕਰਨ ਦੇ ਆਧਾਰ ਦੇ ਵਿੱਚ ਔਰ ਉਹਦੇ ਨਾਲ ਸਿਮਿਲੈਰਿਟੀ ਨਾਲ ਕੀਤਾ ਸੀਗਾ। ਇਨਵੈਸਟੀਗੇਟ ਕਰਕੇ ਨਾਮਜ਼ਦ ਕਰ ਰਹੀ ਆ, ਬੰਦਿਆਂ ਨੂੰ ਆਪਣਾ ਕੀ ਕਹਿੰਦੇ ਅਰੈਸਟ ਕਰ ਰਹੀ ਆ, ਚਲਾਨ ਪੇਸ਼ ਹੋਣ ਦੇ ਆਪਣਾ ਕੀ ਕਹਿੰਦੇ ਇਹਨਾਂ ਜਿਹੜੇ ਬੰਦਿਆਂ ਦਾ ਚਲਾਨ ਵੀ ਪੇਸ਼ ਹੋਇਆ ਵਾ, ਕਈ ਪੁਲਿਸ ਅਫਸਰਾਂ ਨੂੰ ਵੀ ਫੜਿਆ ਗਿਆ ਵਾ। ਲੇਕਿਨ ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਇਨਵੈਸਟੀਗੇਸ਼ਨ ਅੱਗੇ ਨਹੀਂ ਚੱਲ ਰਹੀ। ਜਿੱਥੋਂ ਬੀਬੀ ਹਰਸਿਮਰਤ ਕੌਰ ਇਲੈਕਸ਼ਨ ਲੜਦੇ ਆ, ਉਸ ਤੋਂ ਬਾਅਦ ਸਰਕਾਰ ਦੇ ਰੂਪ ਰੇਖਾ ਹੀ ਬਦਲ ਜਾਂਦੀ ਹੈ ਇਨਵੈਸਟੀਗੇਸ਼ਨ ਦੀ। ਹਾਈ ਕੋਰਟ ਪਾਰਟਿਕੂਲਰਲੀ ਪੁਆਇੰਟ ਆਊਟ ਕਰਦੀ ਆ ਵੀ ਤੁਸੀਂ ਇੰਨੇ ਸਾਲਾਂ ਦੇ ਵਿੱਚ 2.5 ਸਾਲਾਂ ਦੇ ਵਿੱਚ ਇਨਵੈਸਟੀਗੇਸ਼ਨ ਕਿੱਥੇ ਲੈ ਕੇ ਗਏ। 2009 ਤੋਂ ਪਹਿਲਾਂ ਸਰਕਾਰ ਦਾ ਸਟੈਂਡ ਹੋਰ ਸੀ। 2012 ਦੇ ਵਿੱਚ ਜਦੋਂ ਇਲੈਕਸ਼ਨ ਆਈਆਂ ਉਦੋਂ ਇਹਨਾਂ ਨੇ ਫਿਰ ਦੁਬਾਰਾ ਉਸ ਚੀਜ਼ ਨੂੰ ਆਪਣਾ ਫਾਇਦਾ ਲਿੱਤਾ ਔਰ ਬਾਬੇ ਦੀ ਆਪਣਾ ਕਹਿੰਦੇ ਪੁਲਿਸ ਤੋਂ ਕਲੋਜ਼ਰ ਰਿਪੋਰਟ ਫਾਈਲ ਕੀਤੀ। 2014 ਦੇ ਵਿੱਚ ਫਿਰ ਦੁਬਾਰਾ ਅਗਸਤ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਜਦੋਂ ਇਹਨਾਂ ਨੇ ਆਪਣਾ ਫਿਰ ਬੀਬੀ ਹਰਸਿਮਰਤ ਕੌਰ ਦੀ ਕਾਂਟੇ ਦੀ ਟੱਕਰ ਸੀ ਬਠਿੰਡੇ ਦੇ ਵਿੱਚ, ਫਿਰ ਉੱਥੇ ਦੁਬਾਰਾ ਇਹਨਾਂ ਨੇ ਬਾਬੇ ਦੀ ਮਦਦ ਲਿੱਤੀ। ਸਰੇਆਮ ਆਹ ਫੋਟੋਆਂ ਹੈਗੀਆਂ 13 ਤਰੀਕ ਦੀਆਂ 12 ਤਰੀਕ ਦੀਆਂ, ਜਿਹਦੇ ਅੰਦਰ ਸਲਾਬਤਪੁਰਾ ਕੇਸ ਦੇ ਵਿੱਚ ਕਿਸ ਤਰੀਕੇ ਨਾਲ ਆਪਣਾ BSF ਦੀਆਂ ਕੰਪਨੀਆਂ ਲੱਗੀਆਂ, ਕਿਵੇਂ ਆਪਣਾ ਕੀ ਕਹਿੰਦੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਿੱਖ ਧਰਮ ਦੇ ਨਾਲ ਖਿਲਵਾੜ ਕੀਤਾ। ਹੈਲਥ ਮਿਨਿਸਟਰੀ ਦੇ ਅੰਡਰ 40 ਲੱਖ ਬੱਚਾ ਬੜੀ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਇਨਰੋਲ ਕਰ ਚੁੱਕਾ ਵਾ। ਇਹ ਇੱਕ ਸਰਕਾਰ ਦੀ ਵੱਡੀ ਅਚੀਵਮੈਂਟ ਆ। 4.5 ਲੱਖ ਦੇ ਆਸ-ਪਾਸ ਨੌਜਵਾਨ ਓਟ ਸੈਂਟਰਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਚੁੱਕੇ ਆ ਦਵਾਈ ਵਾਸਤੇ, ਡੀ ਐਡਿਕਸ਼ਨ ਸੈਂਟਰਸ ਦੇ ਤੌਰ ਦੇ ਉੱਤੇ। ਸਾਡੇ ਹਿਸਾਬ ਨਾਲ ਪੰਜਾਬ ਵਾਸਤੇ ਇੱਕ ਬੜਾ ਇੰਪੋਰਟੈਂਟ ਇਸ਼ੂ ਆ ਜਿਹਨੂੰ ਅਸੀਂ ਤੁਹਾਡੇ ਸਾਰਿਆਂ ਦੇ ਰੂਬਰੂ ਕਰਨਾ ਚਾਹੁੰਦੇ ਆ। ਜਿਵੇਂ ਕਿ ਥੋੜ੍ਹੇ ਦਿਨ ਪਹਿਲਾਂ ਜਾਖੜ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਐਫੀਡੇਵਿਟ ਬਾਰੇ ਔਰ ਜੋ 2012 ਦੇ ਵਿੱਚ ਸਲਾਬਤਪੁਰ ਵਾਲਾ ਕੇਸ ਸੀਗਾ ਕਿਸ ਤਰੀਕੇ ਨਾਲ ਉਹਨੂੰ ਖੁਰਦ-ਫੁਰਦ ਕਰਕੇ, ਜਿਹਦੇ ਕੀ ਰਿਜ਼ਲਟ ਦੇ ਵਿੱਚ ਇਹ ਹੋਇਆ ਵੀ ਹੌਸਲੇ ਇੰਨੇ ਵੱਧ ਗਏ ਕਿ ਬੇਅਦਬੀਆਂ ਹੋਈਆਂ, ਗੁਰੂ ਸਾਹਿਬ ਦੇ ਇੱਥੇ ਜੋ ਕੁਝ ਅੰਗ ਖਿਲਾਰੇ ਗਏ, ਪਾੜੇ ਗਏ, ਔਰ ਕਿਸ ਤਰੀਕੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਇਆ। ਅੱਜ ਅਸੀਂ ਉਹਦੇ ਰਿਲੇਟਡ ਹੀ ਉਸ ਤੋਂ ਅਗਲੀ ਕੜੀ ਦੀ ਗੱਲ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਵੀ ਐਫੀਡੇਵਿਟ ਫਾਈਲ ਹੋਏ 2007 ਵਿੱਚ ਜਦੋਂ ਸਰਕਾਰ ਬਣੀ ਇਹਨਾਂ ਅਕਾਲੀ ਦਲ ਦੀ। ਆਪਣਾ ਪਰਚਾ ਸਭ ਤੋਂ ਪਹਿਲਾਂ ਜਦੋਂ ਉੱਥੇ ਡੇਰਾ ਮੁਖੀ ਨੇ ਆਪਣਾ ਸ਼ਰੇਆਮ ਸਾਰਿਆਂ ਦੇ ਵਿੱਚ ਫੋਟੋਆਂ ਖਿਚਾ ਕੇ ਕਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਾ ਕੇ ਔਰ ਇੱਕ ਸਿੱਖ ਸੈਂਟੀਮੈਂਟ ਨੂੰ ਭੜਕਾਇਆ ਗਿਆ। BSF ਦੀਆਂ ਕੰਪਨੀਆਂ ਵੀ ਆਈਆਂ, ਸਰਕਾਰ ਨੇ ਖਰਚਾ ਵੀ ਕੀਤਾ। ਉਸ ਤੋਂ ਬਾਅਦ ਕਿਵੇਂ ਗੋਲੀਆਂ ਵੀ ਚੱਲੀਆਂ, ਕਈ ਜਗ੍ਹਾ ਵਾਇਲੈਂਸ ਵੀ ਹੋਇਆ। ਲੇਕਿਨ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਔਰ ਅਕਾਲੀ ਦਲ ਨੇ ਇਨਵੈਸਟੀਗੇਸ਼ਨ ਜੀ ਵੀ ਜਿਹੜੀ ਉਸ ਟਾਈਮ ਕੀਤੀ ਉੱਚ ਅਧਿਕਾਰੀਆਂ ਨੇ ਕੀਤੀ। ਗਵਰਨਰ ਦੀ ਸੈਂਕਸ਼ਨ ਤੋਂ ਬਾਅਦ ਪਰਚੇ ਦਰਜ ਹੋਏ। ਸਰਕਾਰ ਬਿਲਕੁਲ ਕਲੈਰਿਟੀ ਉਹਦੇ ਵਿੱਚ ਲੈਂਦੀ ਆ ਜਦੋਂ ਪਰਚਾ ਦਰਜ ਕਰਦੀ ਆ, ਇਨਵੈਸਟੀਗੇਸ਼ਨ ਕਰਕੇ ਗਵਰਨਰ ਦੀ ਸੈਂਕਸ਼ਨ ਲੈ ਕੇ ਪਰਚੇ ਦਰਜ ਹੁੰਦੇ ਆ। DDR ਦੇ ਵਿੱਚ ਵਾਧਾ ਕੀਤਾ ਜਾਂਦਾ ਔਰ ਆਪਣਾ ਕੀ ਕਹਿੰਦੇ ਜਿਹੜੇ ਸੰਗੀਨ ਜੁਰਮ ਆ, ਜਿਹੜੇ ਸੈਕਸ਼ਨ ਆ ਉਹ ਐਡ ਕੀਤੇ ਜਾਂਦੇ ਆ। ਸਰਕਾਰ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਫਾਈਲ ਕਰਦੀ ਆ ਔਰ ਉੱਚ ਅਧਿਕਾਰੀ SP ਲੈਵਲ ਦੇ ਅਧਿਕਾਰੀ ਐਫੀਡੇਵਿਟ ਫਾਈਲ ਕਰਦੇ ਆ, ਜਿਹਦੇ ਵਿੱਚ ਉਹ ਕਲੀਅਰ ਕਹਿੰਦੇ ਆ ਵੀ ਜਿਹੜਾ ਬਾਬੇ ਨੇ ਜੋ ਕੁਝ ਕੀਤਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਪੀ ਕਰਨ ਦੇ ਆਧਾਰ ਦੇ ਵਿੱਚ ਔਰ ਉਹਦੇ ਨਾਲ ਸਿਮਿਲੈਰਿਟੀ ਨਾਲ ਕੀਤਾ ਸੀਗਾ। ਤੁਸੀਂ ਅਗਰ ਵੇਖੋਗੇ ਉਹਦੇ ਵਿੱਚ ਭਾਵੇਂ ਸਿੱਖੀਜ਼ਮ ਦੇ ਵਿੱਚ 5 ਕਕਾਰਾਂ ਦੀ ਗੱਲ ਕੀਤੀ ਜਾਂਦੀ ਆ, ਇਹਨਾਂ ਨੇ 7 ਕਕਾਰਾਂ ਦੀ ਗੱਲ ਕੀਤੀ। ਇਹਨਾਂ ਨੇ 7 ਆਪਣੇ ਜਿਹੜੇ ਇਹਨਾਂ ਦੇ ਹੈਗੇ ਉਹ ਕੀਤੇ। ਜਿਵੇਂ ਸਿੱਖਾਂ ਦੇ ਵਿੱਚ ਸਿਧਾਂਤ ਹੁੰਦੇ ਆ ਵੀ ਜਿਵੇਂ ਜਦੋਂ ਆਪਣਾ ਅੰਮ੍ਰਿਤ ਛਕਾਇਆ ਗਿਆ ਸੀਗਾ, ਜਦੋਂ ਕੀਤਾ ਸੀਗਾ 5 ਕਮਿਊਨਿਟੀਜ਼ ਨੂੰ ਬੁਲਾ ਕੇ ਉੱਥੇ ਕੀਤਾ ਗਿਆ ਸੀ, ਉਵੇਂ ਇਹਨਾਂ ਨੇ 7 ਲੋਕਾਂ ਨੂੰ ਬੁਲਾ ਕੇ ਉੱਥੇ ਕੀਤਾ। ਤਕਰੀਬਨ 11 ਚੀਜ਼ਾਂ ਸਿਮਿਲਰ ਐਫੀਡੇਵਿਟ ਵਿੱਚ ਸਰਕਾਰ ਫਾਈਲ ਕਰਦੀ ਆ। ਪੰਜਾਬ ਸਰਕਾਰ SP ਲੈਵਲ ਦੇ ਅਧਿਕਾਰੀ ਵੀ ਇਹਨਾਂ ਨੇ ਉਹ ਸਿਮਿਲਰ ਚੀਜ਼ਾਂ ਕੀਤੀਆਂ ਔਰ ਇਸ ਕਰਕੇ ਇਹਨਾਂ ਨੂੰ ਸੈਂਕਸ਼ਨ ਦਿੱਤੀ ਜਾਵੇ। ਇਹਨਾਂ ਨੇ ਕੋਰਟ ਵਿੱਚ ਫਿਰ ਦੁਬਾਰਾ ਜਾਂਦੇ ਆ ਵੀ ਚਲਾਨ ਜਿਹੜਾ ਵਾ ਸਾਡਾ ਰੋਕਿਆ ਜਾਵੇ ਡੇਰੇ ਵਾਲੇ, ਲੇਕਿਨ ਉਹਦੇ ਬਾਵਜੂਦ ਹਾਈ ਕੋਰਟ ਉਹਨੂੰ ਰੋਕ ਲੈਂਦੀ ਆ ਔਰ ਚਲਾਨ ਪੇਸ਼ ਕਰਨ ਦੀ ਗੱਲ ਕਰਦੀ ਆ। ਇਹ ਸਭ 2009 ਤੋਂ ਪਹਿਲਾਂ ਹੋਇਆ। 2009 ਦੇ ਵਿੱਚ ਜਦੋਂ ਬਠਿੰਡਾ ਇਲੈਕਸ਼ਨ ਆ ਜਾਂਦੀ ਆ, ਜਿੱਥੋਂ ਬੀਬੀ ਹਰਸਿਮਰਤ ਕੌਰ ਇਲੈਕਸ਼ਨ ਲੜਦੇ ਆ, ਉਸ ਤੋਂ ਬਾਅਦ ਸਰਕਾਰ ਦੇ ਰੂਪ ਰੇਖਾ ਹੀ ਬਦਲ ਜਾਂਦੀ ਆ ਇਨਵੈਸਟੀਗੇਸ਼ਨ ਦੀ। ਸਰਕਾਰ ਜਦੋਂ ਕਹਿੰਦੇ ਆ ਵੀ ਆ ਚਲਾਨ ਪੇਸ਼ ਹੁੰਦਾ ਵਾ, ਸਰਕਾਰ ਚਲਾਨ ਨਹੀਂ ਪੇਸ਼ ਕਰਦੀ। ਕੋਰਟ ਦੇ ਵਿੱਚ ਐਫੀਡੇਵਿਟ ਫਾਈਲ ਕਰਦੇ ਆ ਵੀ ਸਾਡਾ ਚਲਾਨ ਤਿਆਰ ਪਿਆ,
ਐਸਪੀ ਸਾਹਿਬ ਇਨਵੈਸਟੀਗੇਸ਼ਨ ਇਹ ਆਪਣਾ ਕੀ ਕਹਿੰਦੇ ਇਹਦੇ ਵਿੱਚ ਕਲੀਅਰ ਇਹ ਕਹਿ ਰਹੇ ਆ ਵੀ ਸਾਡਾ ਚਲਾਨ ਤਿਆਰ ਪਿਆ, ਅਸੀਂ ਚਲਾਨ ਫਾਈਲ ਕਰਨ ਨੂੰ ਤਿਆਰ ਬੈਠੇ ਆ। ਉਹਨਾਂ ਦੇ ਲਿਖਦੇ ਆ ਪ੍ਰੈਜ਼ੈਂਟਿੰਗ ਦੀ ਚਲਾਨ ਚਾਰਜ ਸ਼ੀਟ ਅੰਡਰ ਸੈਕਸ਼ਨ ਦਿਸ ਆਫਟਰ ਕੰਪਲੀਸ਼ਨ ਆਫ ਦੀ ਇਨਵੈਸਟੀਗੇਸ਼ਨ ਇਜ਼ ਅ ਸਟੈਚੂਟਰੀ ਐਬਲੀਗੇਸ਼ਨ ਐਂਡ ਰਿਸਪੌਂਸਿਬਿਲਿਟੀ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਐਂਡ ਦ ਅਕਿਊਜ਼ਡ ਪੋਜੀਸ਼ਨਰ ਹੈਜ਼ ਨੋ ਰਾਈਟ ਟੂ ਸੀਕ ਸਟੇ ਔਨ ਦਿਸ ਇਸ਼ੂ। ਕੋਰਟ ਸਰਕਾਰ ਉਹਦੇ ਵਿੱਚ moreover in the investigation conducted by the police up till now the allegations leveled in the said FIR and subsequent verdict have been substantiated despite the fact that the accused petitioner and the employees of DERA who were joining the investigation did not cooperate। ਉਹ ਬਿਲਕੁਲ ਕਲੀਅਰ ਕਹਿ ਦਿੰਦੇ ਆ ਸਰਕਾਰ ਆਪਣੇ ਐਫੀਡੇਵਿਟ ਦੇ ਵਿੱਚ, ਔਰ ਇਹ ਅਕਾਲੀ ਸਰਕਾਰ ਕਹਿ ਰਹੀ ਆ, ਅਕਾਲੀ ਸਰਕਾਰ ਉਹਨਾਂ ਦੇ ਉੱਚ ਅਧਿਕਾਰੀ ਕਹਿ ਰਹੇ ਆ। ਉਸ ਤੋਂ ਬਾਅਦ ਦੂਜਾ ਐਫੀਡੇਵਿਟ ਫਿਰ ਫਾਈਲ ਹੁੰਦਾ ਵਾ, ਉਹਦੇ ਵਿੱਚ ਵੀ ਸਰਕਾਰ ਕਲੀਅਰ ਆਪਣਾ ਸਟੈਂਡ ਕਲੀਅਰ ਕਰਦੀ ਆ ਵੀ ਜਿਹੜਾ ਸਰਕਾਰ ਆ it was thoroughly examined along with the inquiry report submitted by the IG level police officer that legal issues were got examined and only then the FIR was registered। Thus the petitioner above allegation stands refuted। ਇਹ ਪੁਲਿਸ ਅਧਿਕਾਰੀ IG ਲੈਵਲ ਦੇ SP ਲੈਵਲ ਦੇ ਐਫੀਡੇਵਿਟ ਫਾਈਲ ਕਰਕੇ ਕੋਰਟ ਦੇ ਵਿੱਚ ਇਹ ਗੱਲਾਂ ਕਹਿ ਰਹੇ ਆ। 2009 ਦੀ ਬਠਿੰਡਾ ਇਲੈਕਸ਼ਨ ਜਦੋਂ ਆਂਦੀ ਆ, ਇਹ ਮਦਦ ਲੈਂਦੇ ਆ ਜਾਂ ਨਹੀਂ ਲੈਂਦੇ ਇਹ ਬੈਟਰ ਦੱਸ ਸਕਦੇ ਆ, ਲੇਕਿਨ ਜਿਵੇਂ ਬਠਿੰਡਾ ਇਲੈਕਸ਼ਨ ਆਂਦੀ ਆ, ਫਰੀਦਕੋਟ ਜਿਹੜੀ ਆ ਉਹ ਡੀ ਰਿਜ਼ਰਵ ਹੋ ਕੇ ਬਠਿੰਡਾ ਓਪਨ ਹੋ ਜਾਂਦੀ ਆ, ਔਰ ਬਠਿੰਡਾ ਓਪਨ ਹੁੰਦੇ ਹੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ 7 ਸੀਟਾਂ ਜਿੱਤਦੀ ਆ, ਔਰ ਇਹ ਆਪਣਾ ਕੀ ਕਹਿੰਦੇ ਬੀਬੀ ਹਰਸਿਮਰਤ ਕੌਰ ਬਾਦਲ ਕੈਪਟਨ ਸਾਹਿਬ ਦੇ ਬੇਟੇ ਦੇ ਅਗੇਂਸਟ ਲੜਦੀ ਆ। ਬੜੀ ਕਾਂਟੇ ਦੀ ਟੱਕਰ ਸੀਗੀ, ਤੁਸੀਂ ਮੀਡੀਆ ਵਾਲਿਆਂ ਨੇ ਵੀ ਵੇਖਿਆ ਸੀਗਾ ਉਦੋਂ, ਲੇਕਿਨ ਇਹ 1 ਲੱਖ ਵੋਟ ਤੋਂ ਜਿੱਤਦੇ ਆ। ਔਰ ਉਦੋਂ ਸਭ ਤੋਂ ਪਹਿਲਾਂ ਕਿਤੇ ਨਾ ਕਿਤੇ ਇਹ ਸਾਹਮਣੇ ਆਂਦਾ ਵੀ ਇਹਨਾਂ ਨੇ ਡੇਰੇ ਵਾਲਿਆਂ ਦੀ ਮਦਦ ਲਿੱਤੀ, ਔਰ ਇਹ ਉਦੋਂ ਲਿੱਤੀ ਜਦੋਂ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਮਨਾ ਕੀਤਾ ਸੀਗਾ ਵੀ ਰੋਟੀ ਬੋਟੀ ਦੀ ਸਾਂਝ ਨਹੀਂ ਰੱਖਣੀ। ਸਾਡੇ ਇਹ ਸਵਾਲ ਆ ਉਸ ਤੋਂ ਬਾਅਦ ਕਿਵੇਂ ਅਸੀਂ ਤੁਹਾਨੂੰ ਕ੍ਰੋਨੋਲੋਜੀ ਇਹਨਾਂ ਦੀ ਜੋ ਇਹਨਾਂ ਨੇ ਕੀਤਾ, ਔਰ ਕਿਵੇਂ ਡੇਰੇ ਵਾਲਿਆਂ ਨਾਲ ਇਹਨਾਂ ਦੀ ਪੂਰੀਆਂ ਸਾਂਝਾ ਗਾਠਾਂ ਹੈਗੀਆਂ, ਅਸੀਂ ਉਹ ਆਪਣਾ ਕਹਿੰਦੇ ਫੈਕਟਸ ਦੇ ਰਾਹੀਂ ਤੁਹਾਡੇ ਅੱਗੇ ਉਜਾਗਰ ਕਰ ਰਹੇ ਹਾਂ। ਉਸ ਤੋਂ ਬਾਅਦ 3 ਸਾਲ ਚਲਾਨ ਹੀ ਨਹੀਂ ਪੇਸ਼ ਹੁੰਦਾ। 3 ਸਾਲ ਜਦੋਂ ਇਨਵੈਸਟੀਗੇਸ਼ਨਾਂ ਹੋ ਚੁੱਕੀਆਂ, ਚਲਾਨ ਤਿਆਰ ਪਏ ਆ, ਸਰਕਾਰ ਐਫੀਡੇਵਿਟ ਫਾਈਲ ਕਰਦੀ ਆ, 3 ਸਾਲ ਅਕਾਲੀ ਦਲ ਚਲਾਨ ਨਹੀਂ ਪੇਸ਼ ਕਰਦੀ ਸਲਾਬਤਪੁਰ ਕੇਸ ਦਾ। 2012 ਦੇ ਵਿੱਚ ਜਦੋਂ ਸਰਕਾਰ ਬਣਦੀ ਆ, ਆਪਣਾ ਕੀ ਕਹਿੰਦੇ ਕੋਡ ਆਫ ਕੰਡਕਟ ਲੱਗਦਾ ਵਾ, ਸਾਰਾ ਕੁਝ ਹੁੰਦਾ ਵਾ, ਉਦੋਂ 25 ਜਨਵਰੀ ਨੂੰ 27 ਜਨਵਰੀ ਨੂੰ ਕੋਰਟ ਦੇ ਵਿੱਚ 25 ਜਨਵਰੀ ਨੂੰ ਰਿਪੋਰਟ ਸਬਮਿਟ ਕਰਦੇ ਆ, 27 ਜਨਵਰੀ ਨੂੰ SHO ਉੱਥੋਂ ਦਾ ਉਹ ਜਿਹੜਾ ਵਾ ਉਹ ਇਨਵੈਸਟੀਗੇਸ਼ਨ ਉਹ ਆਪਣੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦਾ ਵੀ ਮੈਂ ਉੱਚ ਅਧਿਕਾਰੀ ਅਫਸਰਾਂ ਨਾਲ ਗੱਲ ਕਰਕੇ ਉੱਥੇ ਦੀ ਕਲੋਜ਼ਰ ਰਿਪੋਰਟ ਫਾਈਲ ਕਰਦਾ ਵਾਂ ਐਫੀਡੇਵਿਟ ਦੇ ਬੇਸ ਦੇ ਉੱਤੇ, ਔਰ ਆਪਣੀ ਇਨਵੈਸਟੀਗੇਸ਼ਨ ਦੇ ਸਰਕਾਰ ਦੇ 2 ਪੱਖ ਆ ਗਏ ਇੱਥੇ ਸਾਹਮਣੇ। ਪਹਿਲੋਂ ਉੱਚ ਅਧਿਕਾਰੀ ਜਿਹੜੇ ਜਾਂਚ ਕਰ ਰਹੇ ਆ ਉਹ ਕਹਿੰਦੇ ਉੱਥੇ ਸਭ ਕੁਝ ਹੋਇਆ, ਚਲਾਨ ਬਣਦਾ ਵਾ, ਪ੍ਰੋਸੀਕਿਊਸ਼ਨ ਬਣਦੀ ਆ। ਉਸ ਤੋਂ ਬਾਅਦ ਦੂਜੇ ਆਪਣਾ ਉੱਥੋਂ ਦਾ ਇੱਕ SHO ਲੈਵਲ, ਇੱਕ ਪਹਿਲੋਂ ਤਾਂ SP ਲੈਵਲ ਦੇ ਇਨਵੈਸਟੀਗੇਸ਼ਨ ਕਰ ਰਿਹਾ, IG ਲੈਵਲ ਐਫੀਡੇਵਿਟ ਫਾਈਲ ਕਰ ਰਿਹਾ ਵਾ। ਉਸ ਤੋਂ ਬਾਅਦ SHO ਸਾਹਿਬ ਆਪਣੀ ਕਲੋਜ਼ਰ ਰਿਪੋਰਟ ਦੇ ਵਿੱਚ ਆਪਣਾ ਇਹ ਲਿਖ ਦਿੰਦੇ ਆ ਵੀ ਉੱਥੇ ਕੋਈ ਇਨਸੀਡੈਂਟ ਹੀ ਨਹੀਂ ਹੋਇਆ, ਜੋ ਕਿ ਜਾਖੜ ਸਾਹਿਬ ਨੇ ਬੜਾ ਬਖੂਬੀ ਉਸ ਚੀਜ਼ ਵਿੱਚ ਕੀਤਾ। ਉਸ ਤੋਂ ਬਾਅਦ ਦੂਜੀ ਗੱਲ, ਜਦੋਂ ਇਹ ਆਪਣਾ ਇਨਵੈਸਟੀਗੇਸ਼ਨ ਫਾਈਲ ਕਰ ਦਿੰਦੇ ਆ, ਕਲੋਜ਼ਰ ਰਿਪੋਰਟ ਕਰਦੇ ਆ, ਜਿਹੜਾ ਸਰਕਾਰੀ ਵਕੀਲ ਸੀ, ਸਰਕਾਰੀ ਵਕੀਲ ਜਦੋਂ ਪਹਿਲੀ ਵਾਰ ਆਪਣਾ ਕੈਂਸਲੇਸ਼ਨ ਰਿਜੈਕਟ ਹੁੰਦੀ ਆ, ਦੂਜੀ ਵਾਰ ਕੈਂਸਲੇਸ਼ਨ ਰਿਜੈਕਟ ਹੁੰਦੀ ਆ, ਇਹ 2012 ਤੋਂ ਬਾਅਦ ਦੀਆਂ ਗੱਲਾਂ ਵਾ। ਇਹ ਫਿਰ 2012 ਦੀ ਵੋਟਾਂ ਦੇ ਵਿੱਚ ਸਾਂਝਗਾਠ ਇਹਨਾਂ ਦੀ ਸਾਹਮਣੇ ਆਉਂਦੀ ਆ, ਇਹ ਫਿਰ ਸਰਕਾਰ ਬਣਾਉਂਦੇ ਆ, ਡੇਰੇ ਵਾਲਿਆਂ ਦੀ ਮਦਦ ਨਾਲ ਫਿਰ ਇਹਨਾਂ ਨੂੰ ਵੋਟਾਂ ਪੈਂਦੀਆਂ, ਔਰ ਇਹ ਫਿਰ ਸਰਕਾਰ ਉਹਦੇ ਐਵਜ ਵਿੱਚ 2014 ਆ ਜਾਂਦਾ। 2014 ਤੱਕ ਕੋਈ ਕੈਂਸਲੇਸ਼ਨ ਰਿਪੋਰਟ ਫਾਈਲ ਨਹੀਂ ਹੁੰਦੀ। 2014 ਤੱਕ ਦੋਵੇਂ ਕੈਂਸਲੇਸ਼ਨਾਂ ਰਿਜੈਕਟ ਹੋ ਗਈਆਂ ਹੁੰਦੀਆਂ। ਫਿਰ ਦੁਬਾਰਾ ਇਹ ਹਾਈ ਕੋਰਟ ਜਾਂਦੀ ਹੈ, ਆਪਣਾ ਕੀ ਕਹਿੰਦੇ ਡੇਰੇ ਵਾਲੇ ਉੱਥੋਂ ਪਰਮਿਸ਼ਨ ਲੈ ਕੇ ਡੇਰੇ ਵਾਲੇ ਉਹ ਹਾਈ ਕੋਰਟ ਵਾਲੇ ਕਹਿੰਦੇ ਆ ਵੀ ਤੁਸੀਂ ਥੱਲੇ ਜਾਓ, ਥੱਲੇ ਦੁਬਾਰਾ ਇਹ ਜੱਜ ਬਦਲਦੇ ਆ, ਜੱਜ ਬਦਲਿਆ ਜਾਂਦਾ, ਜੱਜ ਦੇ ਅੱਗੇ ਫਿਰ ਕੈਂਸਲੇਸ਼ਨ ਰਿਪੋਰਟ ਫਾਈਲ ਹੁੰਦੀ ਆ। ਔਰ ਇਹ ਉਹ ਜੱਜ ਆ ਜਿਨ੍ਹਾਂ ਦੀ ਘਰਵਾਲੀ ਨੂੰ ਇਹਨਾਂ ਨੇ RTI ਕਮਿਸ਼ਨਰ ਲਾਇਆ, ਰਾਈਟ ਟੂ ਸਰਵਿਸ ਕਮਿਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਕੀ ਕਹਿੰਦੇ ਕਮਿਸ਼ਨਰ ਲਾਇਆ, ਔਰ ਅੱਜ ਉਹਨਾਂ ਦੇ ਉੱਤੇ ਸੰਗੀਨ ਜ਼ੁਲਮ ਆ। ਔਰ ਉਸ RTI ਜਦੋਂ ਆਪਣਾ ਸਰਵਿਸ ਟੂ ਕਮਿਸ਼ਨ ਉਸ ਜੱਜ ਦੇ ਲਾਇਆ ਗਿਆ, ਉਦੋਂ ਸੁਖਬੀਰ ਬਾਦਲ ਹੋਮ ਮਿਨਿਸਟਰ ਸੀਗੇ, ਔਰ ਉਦੋਂ ਉਹਨਾਂ ਦੀ ਸੈਂਕਸ਼ਨ ਮਿਲੀ ਆ, ਉਹਨਾਂ ਨੇ ਅਪਾਇੰਟ ਕਰਵਾਇਆ। ਸਾਡਾ ਅਪਾਇੰਟਿੰਗ ਅਥਾਰਟੀ ਉਹ ਸੀਗੀ ਬੇਸਿਕਲੀ। ਸਾਡਾ ਇਹ ਜੋ ਗੱਲ ਅਸੀਂ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ, ਇੱਕ ਕ੍ਰੋਨੋਲੋਜੀ ਆਫ ਇਵੈਂਟਸ ਵੇਖੋ, ਜਦੋਂ ਇਲੈਕਸ਼ਨ ਆਉਂਦੀਆਂ ਉਦੋਂ ਇਹ ਬਾਬੇ ਨੂੰ ਫੇਵਰ ਕਰਦੇ ਆ। 2009 ਤੋਂ ਪਹਿਲਾਂ ਸਰਕਾਰ ਦਾ ਸਟੈਂਡ ਹੋਰ ਸੀ। 2012 ਦੇ ਵਿੱਚ ਜਦੋਂ ਇਲੈਕਸ਼ਨ ਆਈਆਂ ਉਦੋਂ ਇਹਨਾਂ ਨੇ ਫਿਰ ਦੁਬਾਰਾ ਉਸ ਚੀਜ਼ ਨੂੰ ਆਪਣਾ ਫਾਇਦਾ ਲਿੱਤਾ, ਔਰ ਬਾਬੇ ਦੀ ਆਪਣਾ ਕਹਿੰਦੇ ਪੁਲਿਸ ਤੋਂ ਕਲੋਜ਼ਰ ਰਿਪੋਰਟ ਫਾਈਲ ਕੀਤੀ। 2014 ਦੇ ਵਿੱਚ ਫਿਰ ਦੁਬਾਰਾ ਅਗਸਤ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਜਦੋਂ ਇਹਨਾਂ ਨੇ ਆਪਣਾ ਫਿਰ ਬੀਬੀ ਹਰਸਿਮਰਤ ਕੌਰ ਦੀ ਕਾਂਟੇ ਦੀ ਟੱਕਰ ਸੀ ਬਠਿੰਡੇ ਦੇ ਵਿੱਚ, ਫਿਰ ਉੱਥੇ ਦੁਬਾਰਾ ਇਹਨਾਂ ਨੇ ਬਾਬੇ ਦੀ ਮਦਦ ਲਿੱਤੀ, ਔਰ ਫਿਰ ਦੁਬਾਰਾ ਆਪਣਾ ਕੀ ਕਹਿੰਦੇ ਉਸੇ ਦੇ ਐਵਜ ਵਿੱਚ ਇਹਨਾਂ ਨੇ ਉਹਦੀ ਕਲੋਜ਼ਰ ਰਿਪੋਰਟ ਫਾਈਲ ਕੀਤੀ, ਜਿਹਦੇ ਅੰਦਰ ਕਿ ਸਰਕਾਰੀ ਵਕੀਲ
ਐਡਾ ਜੱਜ ਐਡੀ ਆਪਣੀ ਜਜਮੈਂਟ ਲਿਖਦਾ ਵਾ, ਸਾਰਾ ਕੁਝ ਲਿਖਦਾ ਵਾ, ਲੇਕਿਨ ਜਿਹੜਾ ਜਿਹਦੇ ਅੰਦਰ ਕੈਂਸਲੇਸ਼ਨ ਦੇ ਵਿੱਚ ਐਫੀਡੇਵਿਟ ਦੀ ਆ ਗੱਲਾਂ ਇੰਪੋਰਟੈਂਟ ਜਿਹੜੀ ਆ ਆਪਣਾ ਕਹਿੰਦੇ ਪੁਆਇੰਟ ਆਊਟ ਕੀਤੀ ਆ। However, it is submitted that as per evidence collected so far by the police, commission of offence under section 295A, 153A and 298 of IPC are established. ਜਦੋਂ ਐਫੀਡੇਵਿਟ ਵਿੱਚ ਸਰਕਾਰ ਐਸਟੈਬਲਿਸ਼ ਕਰ ਰਹੀ ਹੈ ਅਫੈਂਸ, ਫਿਰ ਇਹ ਕਲੋਜ਼ਰ ਰਿਪੋਰਟਸ ਕਿਉਂ ਫਾਈਲ ਕਰ ਰਹੇ ਆ? ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਵਾ ਸਰਕਾਰ ਵੱਲੋਂ ਐਜ਼ ਦ ਆਪਣਾ ਐਸਪੀ ਸਾਹਿਬ ਵੱਲੋਂ ਉਹਦੇ ਅੰਦਰ ਐਜ਼ ਦ ਅਕਰੈਂਸ ਆਫ ਟੇਕਨ ਪਲੇਸ ਐਟ ਸਲਾਬਤਪੁਰਾ ਡਿਸਟ੍ਰਿਕਟ ਬਠਿੰਡਾ ਆਫ ਪੰਜਾਬ, ਇਟ ਵਿਲ ਬੀ ਨੈਸੈਸਰੀ ਟੂ ਬ੍ਰਿੰਗ ਦ ਪਟੀਸ਼ਨਰ ਟੂ ਸਲਾਬਤਪੁਰਾ ਫॉर द ਪਰਪਸ ਆਫ ਸਰਟਨ ਰਿਕਵਰੀਜ਼ ਐਂਡ ਇਨਵੈਸਟੀਗੇਸ਼ਨਸ। ਅੱਜ ਤੱਕ ਉਹਨਾਂ ਨੂੰ ਉੱਥੇ ਲੈ ਕੇ ਨਹੀਂ ਆਇਆ ਗਿਆ, ਕਿਹਦੇ ਪ੍ਰੈਸ਼ਰ ਦੇ ਉੱਤੇ ਉਹਨਾਂ ਨੂੰ ਉੱਥੇ ਨਹੀਂ ਲੈ ਕੇ ਆਇਆ ਗਿਆ। ਇਹ ਸਿਰਫ ਤੁਹਾਡੇ ਅੱਗੇ ਇਸ ਕਰਕੇ ਅਸੀਂ ਸਵਾਲ ਲਿਖ ਰਹੇ ਹਾਂ। ਕੈਂਸਲੇਸ਼ਨ ਵਿੱਚ ਉਹ ਕਲੀਅਰ ਕਹਿੰਦੇ ਆ ਵੀ ਨਾ ਤਾਂ ਇਹ ਹੋਇਆ, ਨਾ ਇਸ ਚੀਜ਼ ਦੇ ਕੋਈ ਸਾਹਮਣੇ ਆਇਆ। ਇਹ ਕਲੀਅਰ ਕੱਟ ਐਸਐਚਓ ਲਿਖ ਰਿਹਾ। ਸਾਡਾ ਸਿਰਫ ਇੱਕ ਸਵਾਲ ਹੈਗੇ ਇਹਦੇ ਵਿੱਚ, ਆ ਜਿੰਨੇ ਸਾਰੇ ਵਿੱਚ ਆ ਇੱਕ ਉਹ ਕੱਢੇ ਉਹਦੇ ਵਿੱਚੋਂ ਵਕੀਲ ਸਾਹਿਬ ਦੀ, ਜਿਹੜਾ ਸਰਕਾਰੀ ਵਕੀਲ ਸੀ ਉਸ ਟਾਈਮ, ਜਿਹੜਾ ਸਰਕਾਰੀ ਵਕੀਲ ਸੀ ਉਸ ਟਾਈਮ 25 ਨੰਬਰ ਪੈਰਾ ਦੇ ਵਿੱਚ ਜਜਮੈਂਟ ਦੇ ਵਿੱਚ ਸਰਕਾਰੀ ਵਕੀਲ ਦੀ ਸਾਰੇ ਜਜਮੈਂਟ ਦੇ ਵਿੱਚ ਸਿਰਫ ਤੇ ਸਿਰਫ ਇੱਕ ਚੀਜ਼ ਸਰਕਾਰੀ ਵਕੀਲ ਕਹਿੰਦਾ ਵਾ। ਔਨ ਦੀ ਅਦਰ ਹੈਂਡ ਆ ਜੱਜ ਸਾਹਿਬ ਦੀ ਜਜਮੈਂਟ ਆ, ਦ ਲਰਨਡ ਪਬਲਿਕ ਪ੍ਰੋਸੀਕਿਊਟਰ ਔਨ ਬਿਹਾਫ ਆਫ ਸਟੇਟ ਆਫ ਪੰਜਾਬ category contend that no offence stands made out against the accused under section 153A, 295A and 298 of Indian Penal Code। ਇਨਵੈਸਟੀਗੇਸ਼ਨ ਕਹਿ ਰਹੀ ਆ, ਇਨਵੈਸਟੀਗੇਸ਼ਨ ਇਹ ਕਹਿ ਰਹੀ ਆ ਵੀ ਐਸਟੈਬਲਿਸ਼ ਹੁੰਦਾ ਵਾ, ਅਫੈਂਸ ਐਵੀਡੈਂਸ ਹੈਗਾ ਵਾ, ਲੇਕਿਨ ਸਰਕਾਰੀ ਵਕੀਲ ਕੀ ਕਹਿੰਦਾ ਵਾ, ਔਨ ਦੀ ਅਦਰ ਹੈਂਡ ਲਰਨਡ ਪਬਲਿਕ ਪ੍ਰੋਸੀਕਿਊਟਰ ਔਨ ਬਿਹਾਫ ਆਫ ਸਟੇਟ ਆਫ ਪੰਜਾਬ, ਵੀ ਉੱਥੇ ਕੋਈ ਅਫੈਂਸ ਨਹੀਂ ਮੇਡ ਆਊਟ ਹੁੰਦਾ। ਕਲੀਅਰ ਕੱਟ ਦੋ ਸਟੈਂਡ ਲੈ ਰਹੀ ਆ ਪੰਜਾਬ ਸਰਕਾਰ। ਪੋਸਟ 2009 ਇਨਵੈਸਟੀਗੇਸ਼ਨਸ ਹੋਰ ਪਾਸੇ ਨੂੰ ਲੈ ਕੇ ਜਾ ਰਹੀਆਂ। ਜਦੋਂ ਤੋਂ ਆਪਣਾ ਡੇਰੇ ਵਾਲਿਆਂ ਨੇ ਇਹਨਾਂ ਦੀ ਮਦਦ ਕਰਨੀ ਸ਼ੁਰੂ ਕੀਤੀ, ਉਦੋਂ ਦਾ ਇਹਨਾਂ ਦੇ ਸਟੈਂਡ ਬਦਲੇ, ਇਹਨਾਂ ਦੇ ਐਫੀਡੇਵਿਟ ਬਦਲੇ, ਇਹਨਾਂ ਦੀ ਇਨਵੈਸਟੀਗੇਸ਼ਨਸ ਬਦਲੀਆਂ। ਔਰ ਇਹ ਔਨ ਰਿਕਾਰਡ ਗੱਲਾਂ ਵਾ, ਇਹ ਕਾਂਗਰਸ ਪਾਰਟੀ ਦੀ ਐਲੀਗੇਸ਼ਨਸ ਨਹੀਂ ਹੈਗੀਆਂ, ਇਹ ਯੂਥ ਕਾਂਗਰਸ ਦੀ ਐਲੀਗੇਸ਼ਨ ਨਹੀਂ ਆ, ਇਹ ਕੈਪਟਨ ਸਾਹਿਬ ਵੱਲੋਂ ਬਿਆਨ ਨਹੀਂ ਆ, ਜਾਖੜ ਸਾਹਿਬ ਵੱਲੋਂ ਬਿਆਨ ਨਹੀਂ ਆ, ਇਹ ਔਨ ਰਿਕਾਰਡ ਪੇਪਰ ਦੀਆਂ ਗੱਲਾਂ। ਕੋਈ ਵੀ ਪ੍ਰੈਸ ਇਨਵੈਸਟੀਗੇਸ਼ਨ ਜਰਨਲਿਜ਼ਮ ਵਾਸਤੇ ਜਾਣਿਆ ਜਾਂਦੇ ਆ, ਤੁਸੀਂ ਇਸ ਚੀਜ਼ ਨੂੰ ਵੈਰੀਫਾਈ ਕਰੋ। ਤੁਸੀਂ ਇਸ ਚੀਜ਼ ਦੇ ਉੱਤੇ ਬੇਸ਼ੱਕ ਜਦੋਂ ਮਰਜ਼ੀ ਆਪਣਾ ਇਹਦੇ ਤੇ ਆਪਾਂ ਗੱਲ ਕਰ ਸਕਦੇ ਆ ਵੀ 2009 ਤੋਂ ਪਹਿਲਾਂ ਸਰਕਾਰ ਕੀ ਐਫੀਡੇਵਿਟ ਫਾਈਲ ਕਰਦੀ ਆ, ਔਰ ਜਦ ਤੋਂ ਬਠਿੰਡੇ ਦੇ ਵਿੱਚ ਇਹਨਾਂ ਨੇ ਮਦਦ ਲੈਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਸਰਕਾਰ ਕੀ ਐਫੀਡੇਵਿਟ ਫਾਈਲ ਕਰਦੀ ਆ, ਔਰ ਕਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਦੀ ਧੱਜੀਆਂ ਉਡਾ ਦਿੰਦੀ ਆ, ਕਾਨੂੰਨ ਦੀ ਧੱਜੀਆਂ ਉਡਾਉਂਦੀ ਆ। ਸਾਡੀ ਮੰਗ ਸ਼ਰੇਆਮ ਆ ਫੋਟੋਆਂ ਹੈਗੀਆਂ 13 ਤਰੀਕ ਦੀਆਂ, 12 ਤਰੀਕ ਦੀਆਂ, ਜਿਹਦੇ ਅੰਦਰ ਸਲਾਬਤਪੁਰਾ ਕੇਸ ਦੇ ਵਿੱਚ ਕਿਸ ਤਰੀਕੇ ਨਾਲ ਆਪਣਾ BSF ਦੀਆਂ ਕੰਪਨੀਆਂ ਲੱਗੀਆਂ, ਕਿਵੇਂ ਆਪਣਾ ਕੀ ਕਹਿੰਦੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਿੱਖ ਧਰਮ ਦੇ ਨਾਲ ਖਿਲਵਾੜ ਕੀਤਾ, ਲੇਕਿਨ ਕਿਸ ਤਰੀਕੇ ਨਾਲ ਉਹਨਾਂ ਨੂੰ ਬਚਾਇਆ ਜਾ ਰਿਹਾ, ਕਿਸ ਤਰੀਕੇ ਨਾਲ ਜਥੇਦਾਰ ਸਾਹਿਬ ਦੀਆਂ ਗੱਲਾਂ ਨੂੰ ਨਕਾਰਿਆ ਜਾ ਰਿਹਾ, ਔਰ ਕਿੰਨਾਂ ਵੱਲੋਂ ਨਕਾਰਿਆ ਜਾ ਰਿਹਾ? ਪੰਥਕ ਪਾਰਟੀ ਦੇ ਪ੍ਰਧਾਨ, ਸੋ ਕਾਲਡ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਥੇਦਾਰ ਸਾਹਿਬ ਦੀ ਗੱਲਾਂ ਨੂੰ ਵੀ ਨਾ ਪ੍ਰਵਾਹ ਕੀਤੀ, ਲੋਕਾਂ ਦੇ ਸੈਂਟੀਮੈਂਟ ਦੀ ਵੀ ਪ੍ਰਵਾਹ ਨਹੀਂ ਕੀਤੀ, ਔਰ ਕਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਨੂੰ ਖੁਰਦ ਕਰਕੇ ਸਾਡੀ ਡਿਮਾਂਡ, ਹੁਣ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਫੈਕਟਸ ਦੇ ਉੱਤੇ, ਸਾਡੀ ਡਿਮਾਂਡ ਜਿਹੜੀ ਆ ਇਹ ਸਾਰੀ ਗੱਲ ਦੇ ਉੱਤੇ ਅਸੀਂ DGP ਸਾਹਿਬ ਨੂੰ ਪੱਤਰ ਲਿਖ ਕੇ ਜਿਹੜੇ ਅਫਸਰਾਂ ਨੇ ਗਲਤ ਰਿਪੋਰਟਾਂ ਫਾਈਲ ਕੀਤੀਆਂ ਉਹਨਾਂ ਦੀ ਕਸਟੋਡੀਅਲ ਇੰਟੈਰੋਗੇਸ਼ਨ, ਉਹਨਾਂ ਦੀ ਇਨਵੈਸਟੀਗੇਸ਼ਨ ਔਰ ਉਹਨਾਂ ਤੇ ਬਣਦੀ ਕਾਰਵਾਈ ਹੋਵੇ। ਇੱਕ ਪੁਲਿਸ SP ਲੈਵਲ ਦੇ ਅਫਸਰਾਂ ਦੀ ਇਨਵੈਸਟੀਗੇਸ਼ਨ ਨੂੰ ਨਕਾਰਿਆ ਗਿਆ, ਔਰ ਜਿਸ ਤਰੀਕੇ ਨਾਲ IG ਇਨਕੁਆਇਰੀ ਰਿਪੋਰਟ ਬਿਫੋਰ ਰਜਿਸਟ੍ਰੇਸ਼ਨ ਆਫ FIR ਸਭ ਤੋਂ ਪਹਿਲਾਂ ਉਹਨਾਂ ਵੱਲੋਂ ਹੋਈ। ਬਠਿੰਡਾ ਪੁਲਿਸ 2 ਐਫੀਡੇਵਿਟਸ filed by Bathinda Police and these were used evidence and eyewitnesses were available against Dera Sacha Sauda head ਰਜਿੰਦਰ ਸਿੰਘ ਸਿੱਧੂ। ਮੋਸਟ ਇੰਪੋਰਟੈਂਟ ਔਰ ਬੜਾ ਕੰਟਰੋਵਰਸ਼ਲ ਫਿਗਰ ਹੈ ਸਾਰੀ ਚੀਜ਼ ਦੇ ਵਿੱਚ। ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਤੋਂ ਵੀ ਪੁੱਛਿਆ ਜਾਵੇ ਕਸਟੋਡੀਅਲ ਜਾਂ ਆਪਣਾ ਜੁਡੀਸ਼ੀਅਲ ਜਾਂ ਆਪਣਾ ਪੁਲਿਸ ਇਨਵੈਸਟੀਗੇਸ਼ਨ ਰਾਹੀਂ ਵੀ ਉਹਨਾਂ ਤੇ ਕਿਹਦਾ ਪ੍ਰੈਸ਼ਰ ਸੀਗਾ ਜਦੋਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ। ਔਰ ਸਭ ਤੋਂ ਵੱਡੀ ਗੱਲ, ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ, ਕੀ ਹੋਮ ਮਿਨਿਸਟਰ ਅਕਾਲੀ ਦਲ ਦਾ ਪ੍ਰਧਾਨ
ਸੋ ਕਾਲਡ ਪੰਥਕ ਪਾਰਟੀ, ਅਸੀਂ ਇਸ ਕਰਕੇ ਬਾਰ-ਬਾਰ ਕਹਿ ਰਹੇ ਹਾਂ ਵੀ ਉਹ ਪੰਥਕ ਪਾਰਟੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਬੜੇ ਵੱਡੇ ਮੋਰਚੇ ਲਾਏ, ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਲੜਾਈਆਂ ਲੜੀਆਂ ਔਰ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਜਦ ਦੀ ਬਾਦਲਾਂ ਦੇ ਹੱਥੇ ਆਈ ਆ ਇਹ ਡੇਰਿਆਂ ਵਾਲਿਆਂ ਦੀ ਪਾਰਟੀ ਬਣ ਗਈ ਆ। ਇਹ ਗੱਲ ਕਹਿਣਾ ਵੀ ਸੁਖਬੀਰ ਸਿੰਘ ਇੰਸਾ ਜਾਂ ਇਹ ਸਾਰੀਆਂ ਲੋਕ ਚਰਚਾ 'ਚ ਕਰਦੇ ਆ, ਇਸੇ ਗੱਲਾਂ ਕਰਕੇ ਕਹਿੰਦੇ ਆ ਵੀ ਕਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਔਰ ਇਹ ਕੁਝ ਅਫਸਰਾਂ ਨੇ ਜਿਨ੍ਹਾਂ ਨੇ ਇਸ ਚੀਜ਼ ਦੇ ਵਿੱਚ ਪੂਰੀ ਆਪਣੀ ਫੈਕਟਸ ਨੂੰ ਉਪਯੋਗ ਕਰਕੇ ਕਿਸ ਤਰੀਕੇ ਨਾਲ ਖੁਰਦ-ਫੁਰਦ ਕਰਕੇ ਇਹਨਾਂ ਨੇ ਕੀਤਾ। ਅਸੀਂ SIT ਦੀ ਡਿਮਾਂਡ ਕਰਾਂਗੇ ਪੰਜਾਬ ਸਰਕਾਰ ਤੋਂ, ਅਸੀਂ DGP ਸਾਹਿਬ ਨੂੰ ਪੱਤਰ ਲਿਖਾਂਗੇ ਔਰ ਨਾਲ ਆਪਣਾ ਇਹਦੇ ਵਿੱਚ ਜਿਹੜੇ ਅਫਸਰ ਆ ਜਿਨ੍ਹਾਂ ਦੀ ਇਸ ਦੇ ਵਿੱਚ ਪ੍ਰੋਬਲਮ ਕ੍ਰੀਏਟ ਕੀਤੀ ਆ ਉਹਨਾਂ ਤੋਂ ਪੁੱਛਿਆ ਜਾਵੇ ਉਹਨਾਂ ਤੇ ਪ੍ਰੈਸ਼ਰ ਕਿਹਨਾਂ ਨੇ ਪਾਇਆ। ਲਰਨਡ ਕੌਂਸਲ ਜਿਹੜੇ ਪੰਜਾਬ ਸਰਕਾਰ ਦੇ ਸੀ ਉਹਨਾਂ ਨੂੰ ਕਿਹਨਾਂ ਦੀ ਇੰਸਟਰਕਸ਼ਨ ਦੇ ਉੱਤੇ, AG ਸਾਹਿਬ ਦੀ ਇੰਸਟਰਕਸ਼ਨ ਆਈ, ਕਿਸੇ ਲੀਡਰ ਦੀ ਇੰਸਟਰਕਸ਼ਨ ਆਈ, ਇਹਨਾਂ ਦੀ ਇੰਟੈਰੋਗੇਸ਼ਨ ਤੋਂ ਬਾਅਦ ਹੀ ਇਹ ਚੀਜ਼ਾਂ ਸਾਹਮਣੇ ਆ ਸਕਦੀਆਂ। ਕਿਸ ਤਰੀਕੇ ਨਾਲ ਮੌਕੇ ਦੇ ਉਸ ਟਾਈਮ ਦੇ SHO ਜੋ ਕਿ ਆਪਣੀ ਰਿਪੋਰਟ 'ਚ ਲਿਖਦੇ ਆ ਮੈਂ ਅਫਸਰਾਂ ਦੀ ਸਲਾਹ ਦੇ ਨਾਲ ਇਹ ਕਲੋਜ਼ਰ ਰਿਪੋਰਟ ਫਾਈਲ ਕਰਦਾ, ਕਿਹੜੇ ਅਫਸਰ, ਇਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਆਉਣੀਆਂ ਚਾਹੀਦੀਆਂ। 2014 ਦੀ ਕਲੋਜ਼ਰ ਰਿਪੋਰਟ ਤੋਂ ਬਾਅਦ ਸਰਕਾਰ ਅਪੀਲ ਦੇ ਵਿੱਚ ਕਿਉਂ ਨਹੀਂ ਜਾਂਦੀ ਔਰ ਤੁਸੀਂ ਇਹ ਸੀਕੁਐਂਸ ਆਫ ਇਵੈਂਟਸ ਬਣੋ। 2014 ਤੋਂ ਬਾਅਦ ਫਿਰ ਇਹ ਮਾਫੀਨਾਮਾ ਦਿੰਦੇ ਆ। ਇਹ ਸਾਰੀਆਂ ਚੀਜ਼ਾਂ ਇਸ ਕਰਕੇ ਸੀਗੀਆਂ ਕਿਉਂਕਿ ਇਹ ਮਾਫੀਨਾਮਾ ਦੇਣਾ ਚਾਹੁੰਦੇ ਸੀ, ਕਿਉਂਕਿ 2015 ਤੋਂ ਪਹਿਲਾਂ ਕੋਈ ਕੇਸ ਨਹੀਂ ਸੀਗਾ ਡੇਰਾ ਸੱਚੇ ਸੌਦਿਆਂ ਦੇ ਵਾਲਿਆਂ ਦੇ ਉਲਟ, ਨਾ ਉਹਨਾਂ ਤੇ ਕਦੀ ਕਿਸੇ ਨੇ ਗੱਲ ਕੀਤਾ ਸੀ ਕਿਉਂਕਿ ਪੰਜਾਬ ਸਰਕਾਰ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਸੀ। ਔਰ ਇਸ ਕਰਕੇ ਹੀ ਤੁਸੀਂ ਅਗਰ ਇਹ ਚੀਜ਼ ਵੇਖੋਗੇ ਕਿਸ ਤਰੀਕੇ ਨਾਲ ਬਾਅਦ 'ਚ ਮਾਫੀਨਾਮਾ ਦਿੱਤਾ ਗਿਆ, ਇਹ ਸਾਰਾ ਜਿੰਨਾ ਇਵੈਂਟ ਸੀਗਾ, ਜਿੰਨੇ ਇਹ ਸਾਰੀਆਂ ਚੀਜ਼ਾਂ ਸੀਗੀਆਂ, ਇਹ ਉਸ ਤਰੀਕੇ ਨਾਲ ਲਿੱਤੀਆਂ। ਅਖੀਰ ਦੇ ਵਿੱਚ ਸਾਡੀ ਇਹੀ ਡਿਮਾਂਡ ਆ ਵੀ 2015 ਦੇ ਵਿੱਚ ਬੇਅਦਬੀਆਂ ਨਾ ਹੁੰਦੀਆਂ, 2015 ਦੇ ਵਿੱਚ ਇਹਨਾਂ ਦੀ ਇੰਨੀ ਜੁਰਤ ਨਾ ਬਣਦੀ। ਅੱਜ ਪੰਜਾਬ ਸਰਕਾਰ ਤੇ ਤਾਂ ਇਹ ਉਂਗਲਾਂ ਚੁੱਕਦੇ ਆ, ਲੇਕਿਨ ਇਹਨਾਂ ਤੋਂ ਇਹ ਪੁੱਛਿਆ ਜਾਵੇ ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕੀਤਾ, ਕੌਣ ਜ਼ਿੰਮੇਵਾਰ ਆ 3.5 ਸਾਲ ਚਲਾਨ ਨਾ ਪੇਸ਼ ਹੋਣ ਦਾ। ਇਹ ਬਾਰ-ਬਾਰ ਬਰਗਾੜੀ ਦੀ ਗੱਲ ਕਰਦੇ ਆ, ਬਹਿਬਲ ਕਲਾਂ ਦੀ ਗੱਲ ਕਰਦੇ ਆ, ਉਂਗਲਾਂ ਤਾਂ ਚੱਕਣ ਜੇ ਆਪ ਪਾਕ ਸਾਫ਼ ਹੋਣ। ਇਹਨਾਂ ਨੂੰ ਸਵਾਲ ਚੱਕਣ ਦੀ ਬਹੁਤ ਜ਼ਿਆਦਾ ਆਦਤ ਆ, ਇਸ ਕਰਕੇ ਇਹਨਾਂ ਤੋਂ ਸਾਡੇ ਸਵਾਲ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਤੋਂ ਐਵੇਂ ਬੰਟੀ ਬਬਲੀਆਂ ਆ ਕੇ ਜਵਾਬ ਨਾ ਦੇਣ, ਨਾ ਉਹਦਾ ਕੋਈ ਮਤਲਬ ਬਣਦਾ, ਨਾ ਕੋਈ ਤੁੱਕ ਬਣਦੀ ਆ, ਜਿਨ੍ਹਾਂ ਨੂੰ ਉਸ ਟਾਈਮ ਦੇ ਵਿੱਚ ਪਤਾ ਹੀ ਨਹੀਂ ਸੀ, ਜਿਹੜੇ ਸਰਕਾਰ ਦੇ ਹਿੱਸੇਦਾਰ ਨਹੀਂ ਸੀਗੇ। ਅਸੀਂ ਫੈਕਟਸ ਦੇ ਉੱਤੇ ਗੱਲਾਂ ਕਰ ਰਹੇ ਆ, ਸਾਡੀ ਵੀ ਉਮਰਾਂ ਉਦੋਂ ਬੇਸ਼ੱਕ ਛੋਟੀਆਂ ਹੋਣ, ਲੇਕਿਨ ਇਹਨਾਂ ਨੇ ਫੈਕਟਸ ਦੇ ਉੱਤੇ ਗੱਲ ਕਰਨ ਵੀ ਕਿਸ ਤਰੀਕੇ ਨਾਲ ਵੀ ਆਪਣਾ ਕੀ ਕਹਿੰਦੇ ਆ ਕੇ ਇਹਨਾਂ ਨੇ 2009 ਤੋਂ ਇਨਵੈਸਟੀਗੇਸ਼ਨ ਨੂੰ ਜਿਹੜੀ ਕਿ ਬਿਲਕੁਲ ਸਹੀ ਰਾਹ ਤੇ ਚੱਲ ਰਹੀ ਸੀ, ਇਹਨਾਂ ਨੇ ਕਿਵੇਂ ਡਿਰੇਲ ਕੀਤਾ, ਕਿਹਦੇ ਕਹਿਣ ਤੇ ਡਿਰੇਲ ਹੋਏ ਔਰ ਕੀ ਲਿੰਕ ਸੀਗੇ। ਔਰ ਨਾਲ ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਅਗਰ ਤਾਂ ਤੁਸੀਂ ਸਾਡੀ ਅਪੀਲ ਮੰਨੋ, ਇਹਨਾਂ ਨੂੰ ਤਲਬ ਕਰੋ ਵੀ ਡੇਰੇ ਸੱਚੇ ਸੌਦੇ ਜਿੰਨਾ ਕਿ ਤੁਹਾਡਾ ਉਦੋਂ ਆਪਣਾ ਹੁਕਮਨਾਮਾ ਆਇਆ ਸੀਗਾ, ਉਹਦੇ ਬਾਵਜੂਦ ਅਗਰ ਸਰਕਾਰ ਨੇ ਇਨਵੈਸਟੀਗੇਸ਼ਨ ਨਹੀਂ ਸਹੀ ਕੀਤੀ ਤੇ ਕਿਉਂ ਨਾ ਉਸ ਸਮੇਂ ਦੇ ਅਫਸਰਾਂ ਨੂੰ ਉਸ ਸਮੇਂ ਦੇ, ਕਿਉਂਕਿ ਇਹ ਇਕੱਲਾ ਕ੍ਰਿਮੀਨਲ ਐਸਪੈਕਟ ਨਹੀਂ ਹੈ ਇਸ ਚੀਜ਼ ਦਾ, ਇਹ ਰਿਲੀਜੀਅਸ ਐਸਪੈਕਟ ਵੀ ਆ, ਸੈਂਟੀਮੈਂਟਲ ਐਸਪੈਕਟ ਵੀ ਆ ਔਰ ਸਿੱਖ ਧਰਮ ਨਾਲ ਜੁੜਿਆ ਹੋਇਆ ਐਸਪੈਕਟ ਆ। ਜਥੇਦਾਰ ਸਾਹਿਬ ਨੂੰ ਇਹਦੇ ਵਿੱਚ ਇੰਟਰਵੇਨ ਕਰਨਾ ਚਾਹੀਦਾ ਔਰ ਕਿਸ ਤਰੀਕੇ ਨਾਲ 2007 ਤੋਂ ਲੈ ਕੇ 2017 ਤੱਕ ਇਹਨਾਂ ਨੇ ਡੇਰੇ ਵਾਲਿਆਂ ਨੂੰ ਪ੍ਰੋਟੈਕਟ ਕੀਤਾ, ਉਹਦੀ ਜਵਾਬ ਤਲਬੀ ਹੋਣੀ ਚਾਹੀਦੀ ਆ ਉਸ ਸਮੇਂ ਦੇ ਹੋਮ ਮਿਨਿਸਟਰ ਦੀ। ਅਗਰ ਇਹ ਸਾਡੀ ਗੱਲ ਨਹੀਂ ਮੰਨਣਗੇ, ਅਗਰ ਉਹ ਜਵਾਬ ਤਲਬੀ ਨਹੀਂ ਹੋਊਗੀ, ਅਗਰ ਇਹਨਾਂ ਨੂੰ ਲੱਗਦਾ ਵੀ ਇਹ ਕਾਂਗਰਸ ਪਾਰਟੀ ਜਾਂ ਯੂਥ ਕਾਂਗਰਸ ਵੱਲੋਂ ਜਾਂ ਇੱਕ ਜਥੇਬੰਦੀ ਵੱਲੋਂ ਇਹ ਗੱਲ ਆ, ਅਸੀਂ ਕੱਲੇ ਪਿੰਡ ਵਿੱਚ ਜਾ ਕੇ ਆਹੀ 5 ਸਵਾਲ ਜੋ ਅਸੀਂ ਤੁਹਾਡੇ ਅੱਗੇ ਰੱਖੇ ਆ, ਇਹ ਲੋਕਾਂ ਤੋਂ ਚਿੱਠੀਆਂ ਲਵਾਂਗੇ, ਨੌਜਵਾਨਾਂ ਤੋਂ ਚਿੱਠੀਆਂ ਲਵਾਂਗੇ ਔਰ 13,000 ਪਿੰਡਾਂ ਦੇ ਵਿੱਚੋਂ ਔਰ 2400 ਵਾਰਡਸ ਦੇ ਵਿੱਚੋਂ ਅਸੀਂ ਇੱਕ ਚਿੱਠੀ ਦੇ ਉੱਤੇ ਸਾਈਨ ਕਰਾ ਕੇ ਹਰ ਵਾਰਡ 'ਚੋਂ 2-2 ਚਿੱਠੀਆਂ ਔਰ 13,000 ਪਿੰਡਾਂ 'ਚੋਂ ਚਿੱਠੀਆਂ 20,000 ਚਿੱਠੀ ਅਸੀਂ ਜਥੇਦਾਰ ਸਾਹਿਬ ਨੂੰ ਨੌਜਵਾਨਾਂ ਦੀ ਦੇ ਕੇ ਆਵਾਂਗੇ, ਜੋ ਕਿ ਇਸ ਸੈਂਟੀਮੈਂਟ ਨੂੰ ਕਰੂਗਾ ਔਰ ਉਹਦੇ ਵਿੱਚ ਕੋਈ ਸਿਆਸੀਕਰਨ ਨਹੀਂ ਹੋਊਗਾ। ਅਸੀਂ ਨਾ ਉਹਦੇ ਤੇ ਕੋਈ ਕਾਂਗਰਸ ਦਾ ਨਾ ਕੋਈ ਯੂਥ ਕਾਂਗਰਸ ਦਾ, ਉਹ ਨੌਜਵਾਨਾਂ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਹੋਊਗੀ ਵੀ ਤੁਸੀਂ ਇਹਨਾਂ ਦੀ ਜਵਾਬ ਤਲਬੀ ਕਰੋ ਜਿਨ੍ਹਾਂ ਬੰਦਿਆਂ ਨੇ ਇੰਨੇ ਸਮੇਂ ਇਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਆ। ਇਹ ਸਾਫ਼ ਸ਼ਬਦਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਔਰ ਨਾਲ DGP ਸਾਹਿਬ ਨੂੰ ਚਿੱਠੀ ਦੇਵਾਂਗੇ ਵੀ ਉਹ ਇਨਵੈਸਟੀਗੇਸ਼ਨ ਹੋਵੇ। ਹਮੇਸ਼ਾ ਆਪਾਂ offense ਦੀ ਤਾਂ ਗੱਲ ਕਰ ਲਈਦੀ ਆ ਵੀ ਜਿਹਨਾਂ ਨੇ ਕ੍ਰਾਈਮ ਕੀਤਾ, ਲੇਕਿਨ ਜਿਨ੍ਹਾਂ ਨੇ ਕ੍ਰਾਈਮ ਨੂੰ ਪ੍ਰੋਟੈਕਟ ਕੀਤਾ, ਜਿਨ੍ਹਾਂ ਨੇ ਕ੍ਰਾਈਮ ਦੇ ਉੱਤੇ ਪਰਦੇ ਪਾਏ ਔਰ ਜਿਨ੍ਹਾਂ ਨੇ ਸਬੂਤਾਂ ਨੂੰ ਖੁਰਦ-ਫੁਰਦ ਕੀਤਾ, ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਆਮ ਬੰਦੇ ਦੇ ਉੱਤੇ ਤਾਂ 2 ਮਿੰਟ 'ਚ ਆਪਾਂ ਭਾਵੇਂ ਕੋਈ ਵੀ ਆਪਣਾ ਕਾਨੂੰਨ ਹੋਵੇ ਉਹਨੂੰ ਜੇਲ੍ਹ ਤੱਕ ਦੇਈਦਾ, ਲੇਕਿਨ ਜਿਨ੍ਹਾਂ ਨੇ ਬਾਅਦ ਵਿੱਚ ਰਲ ਕੇ ਇਨਵੈਸਟੀਗੇਸ਼ਨਾਂ ਦੇ ਵਿੱਚ ਘਪਲੇ ਕੀਤੇ,
ਜਿਨ੍ਹਾਂ ਨੇ ਇਨਵੈਸਟੀਗੇਸ਼ਨ ਨੂੰ ਡਿਰੇਲ ਕੀਤਾ ਉਹਨਾਂ ਦੀ ਕੋਈ ਜਵਾਬ ਤਲਬੀ ਨਹੀਂ ਆ। ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਆ। ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ, ਕੈਪਟਨ ਸਾਹਿਬ ਨੂੰ ਅਪੀਲ ਕਰਾਂਗੇ, ਡੀਜੀਪੀ ਸਾਹਿਬ ਨੂੰ ਅਪੀਲ ਕਰਾਂਗੇ ਵੀ ਉਹਨਾਂ ਨੂੰ SIT ਬਣਾ ਕੇ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਵੇ। ਔਰ ਸਲਾਬਤਪੁਰ ਵਾਲੇ ਕੇਸ ਦੇ ਉੱਤੇ ਜੋ ਕਿ ਸਰਕਾਰ ਸ਼ਾਇਦ ਕਿਉਂਕਿ ਇਹਨਾਂ ਨੇ ਅਪੀਲ 'ਚ ਨਹੀਂ ਗਏ, ਸਾਨੂੰ ਪ੍ਰੋਬਲਮ ਆ ਰਹੀ ਆ ਹਾਲੇ ਕਿ ਫਿਰ ਵੀ 2 ਜਣੇ ਇੰਡੀਪੈਂਡੈਂਟ ਐਫੀਡੇਵਿਟ ਆ ਵੀ ਉਹਦੇ ਤੇ ਦੁਬਾਰਾ ਉਹ ਕੇਸ ਜਿਹੜਾ ਵਾ ਉਹ ਚਾਲੂ ਕਰਾਇਆ ਜਾਵੇ ਔਰ ਇਸੇ ਬੇਸ ਦੇ ਉੱਤੇ ਇਨਵੈਸਟੀਗੇਸ਼ਨ ਰਿਪੋਰਟਸ ਦੇ ਉੱਤੇ ਉਹ ਕੇਸ ਚਾਲੂ ਹੋਣਾ ਚਾਹੀਦਾ ਵਾ ਔਰ ਦੁਬਾਰਾ ਉਹਦੀ ਇਨਵੈਸਟੀਗੇਸ਼ਨ ਜਾਂ ਜੋ ਕੁਝ ਉਹਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਹੋ ਸਕਦਾ ਵਾ ਉਹ ਹੋਣੀ ਚਾਹੀਦੀ ਆ। ਇਹੀ ਸਾਡੇ ਕੁਝ ਸਵਾਲ ਸੀਗੇ। ਮੈਂ ਦੁਬਾਰਾ ਪ੍ਰੈਸ ਰਿਲੀਜ਼ ਦੇ ਵਿੱਚ 5 ਸਵਾਲ ਤੁਹਾਨੂੰ ਭੇਜ ਦੂੰਗਾ ਤਾਂ ਕਿ ਅਸੀਂ ਇਹਨੂੰ ਦੁਬਾਰਾ ਇਹਦੇ ਤੇ ਆਪਣਾ ਚਰਚਾ ਕਰ ਸਕੀਏ ਔਰ ਲੋਕਾਂ ਦੀ ਡੋਮੇਨ ਦੇ ਵਿੱਚ ਗੱਲਾਂ ਰੱਖ ਸਕੀਏ ਵੀ ਕਿਸ ਤਰੀਕੇ ਨਾਲ ਇਲੈਕਸ਼ਨਾਂ ਦੇ ਐਵਜ ਵਿੱਚ 2009 2012 ਔਰ 2014 ਡੇਰੇ ਵਾਲਿਆਂ ਦੀ ਮਦਦ ਲੈਣ ਕਰਕੇ ਇਹਨਾਂ ਨੇ ਆਪਣਾ ਕਹਿੰਦੇ ਹਰ ਸਬੂਤ ਨੂੰ ਤਹਿਸ-ਨਹਿਸ ਕੀਤਾ, ਹਰ ਚੀਜ਼ ਨੂੰ ਤਹਿਸ-ਨਹਿਸ ਕੀਤਾ ਔਰ ਇਹ ਬਾਰ-ਬਾਰ ਕਦੀ ਵੀਰਪਾਲ ਤੇ ਪਰਚੇ ਕਰ ਰਹੇ ਆ, ਕਦੀ ਨਿਊਜ਼ ਚੈਨਲਾਂ ਨੂੰ ਡੈਫਾਮੇਸ਼ਨ ਭੇਜ ਰਹੇ ਆ। ਇਹ ਸਭ ਡਰਾਮਾਬਾਜ਼ੀ ਆ ਆਪਣਾ ਕੀ ਕਹਿੰਦੇ ਇਸ ਕਰਕੇ ਤਾਂ ਕਿ ਧਿਆਨ ਜਿਹੜਾ ਵਾ ਭਟਕਾਇਆ ਜਾਵੇ। ਇਹ ਸ਼ਰੇਆਮ ਮੈਂ ਤਾਂ ਇਹ ਵੀ ਕਹੂੰਗਾ ਮੀਡੀਆ ਦੇ ਖਿਲਾਫ ਆਪਣੀ ਕੀ ਕਹਿੰਦੇ ਆਵਾਜ਼ ਨੂੰ ਜਿਹੜੀ ਨੂੰ ਆ ਇਹ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡੀ ਆਵਾਜ਼ ਨੂੰ, ਲੇਕਿਨ ਸ਼ਾਇਦ ਕਿਉਂਕਿ ਸੈਂਟਰ ਦੇ ਵਿੱਚ ਦਬਾਉਣ ਨੂੰ ਕਾਮਯਾਬ ਹੁੰਦੀ ਆ, ਇੱਥੇ ਅਕਾਲੀ ਦਲ ਨੂੰ ਕਾਮਯਾਬ ਨਹੀਂ ਹੋਣਾ ਦੇਵਾਂਗੇ ਇਹਨਾਂ ਦੇ ਮਨਸੂਬਿਆਂ ਨੂੰ। ਔਰ ਕਿਸ ਤਰੀਕੇ ਨਾਲ ਵੀਰਪਾਲ ਨੇ ਜੋ ਕਿਹਾ ਜਾਂ ਨਹੀਂ ਕਿਹਾ ਉਹ ਬਾਅਦ ਦੀਆਂ ਗੱਲਾਂ ਵਾ, ਉਹ ਨਾ ਸਾਡਾ ਮੁੱਦਾ ਵਾ ਨਾ ਸਾਡਾ ਮਸਲਾ ਵਾ, ਲੇਕਿਨ ਉਹ ਵੀ ਉਹਨਾਂ ਦੀ ਆਪਦੀ ਇੰਡੀਪੈਂਡੈਂਟ ਗੱਲ ਸੀਗੀ। ਲੇਕਿਨ ਇਹ ਕਿਵੇਂ ਉਹਨੂੰ ਉਸ ਚੀਜ਼ ਦੇ ਐਵਜ ਵਿੱਚ ਆਪਣੇ ਆਪ ਨੂੰ ਉੱਥੋਂ ਨਿਕਲਣਾ ਚਾਹੁੰਦੇ ਆ ਵੀ ਵੀਰਪਾਲ ਨੇ ਆਹ ਕਿਹਾ ਜਾਂ ਇਹ ਕਿਹਾ। ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਆ, ਜਿਹੜੀਆਂ ਗੱਲਾਂ ਜਾਖੜ ਸਾਹਿਬ ਕਹਿ ਰਹੇ ਆ, ਉਹਨਾਂ ਤੇ ਇਹ ਜਵਾਬ ਦੇਣ ਔਰ ਆਪਣੇ ਜਵਾਬ ਜਿਹੜੇ ਆ ਉਸ ਚੀਜ਼ ਦਾ ਆਪਣਾ ਕੀ ਕਹਿੰਦੇ ਸਾਰਿਆਂ ਦੇ ਸਾਹਮਣੇ ਲਿਆਉਣ ਤਾਂ ਕਿ ਲੋਕਾਂ ਦੇ ਅੱਗੇ ਸੱਚ ਆਵੇ। ਔਰ ਕਿਵੇਂ ਇਹ ਬਾਰ-ਬਾਰ ਬੇਅਦਬੀਆਂ ਦੀ ਗੱਲ ਕਰਦੇ ਆ, ਬੇਅਦਬੀਆਂ ਦਾ ਇੱਕ ਵੱਖਰਾ ਟੌਪਿਕ ਆ, ਉਹ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਆ, CBI ਉਹਦੇ ਵਿੱਚ ਅੜਚਨਾ ਪਾ ਰਹੀ ਆ, CM ਸਾਹਿਬ ਨੇ ਵੀ ਕਿਹਾ। ਲੇਕਿਨ ਮਸਲਾ ਇਹ ਆ ਵੀ ਕੀ 2007 ਤੋਂ ਲੈ ਕੇ 2014 ਤੱਕ ਤੁਸੀਂ ਇਨਵੈਸਟੀਗੇਸ਼ਨ ਤੁਸੀਂ ਡੇਰਾ ਸੱਚੇ ਸੌਦੇ ਵਾਲੀ ਕਿਸ ਤਰੀਕੇ ਨਾਲ ਮਦਦ ਕੀਤੀ? ਇਹੀ ਸਾਡੇ ਕੁਝ ਸਵਾਲ ਰਹਿਣਗੇ। ਇਹੀ ਸਾਡੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਇਸ ਚੀਜ਼ ਦੇ ਉੱਤੇ ਕੈਂਪੇਨ ਰਹੂਗਾ ਔਰ ਇਸ ਮਸਲੇ ਤੇ ਇਨਵੈਸਟੀਗੇਟ ਕਰਕੇ ਨਾਮਜ਼ਦ ਕਰ ਰਹੀ ਆ, ਬੰਦਿਆਂ ਨੂੰ ਆਪਣਾ ਕੀ ਕਹਿੰਦੇ ਅਰੈਸਟ ਕਰ ਰਹੀ ਆ, ਚਲਾਨ ਪੇਸ਼ ਹੋਣ ਦੇ ਆਪਣਾ ਕੀ ਕਹਿੰਦੇ ਇਹਨਾਂ ਜਿਹੜੇ ਬੰਦਿਆਂ ਦਾ ਚਲਾਨ ਵੀ ਪੇਸ਼ ਹੋਇਆ ਵਾ, ਕਈ ਪੁਲਿਸ ਅਫਸਰਾਂ ਨੂੰ ਵੀ ਫੜਿਆ ਗਿਆ ਵਾ। ਲੇਕਿਨ ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਇਨਵੈਸਟੀਗੇਸ਼ਨ ਅੱਗੇ ਨਹੀਂ ਚੱਲ ਰਹੀ। ਇਹਨਾਂ ਨੇ ਤਾਂ ਇਨਵੈਸਟੀਗੇਸ਼ਨ ਨੂੰ ਯੂ ਟਰਨ ਲੈ ਲਿਆ। ਇਹਨਾਂ ਨੇ ਸਲਾਬਤਪੁਰ ਵਾਲੇ ਕੇਸ ਦੇ ਵਿੱਚ ਇੱਕ ਪਰਚੇ ਨੂੰ ਰੱਦ ਕਰਨ ਦੇ ਵਿੱਚ ਇਹਨਾਂ ਨੇ ਕਿਸ ਤਰੀਕੇ ਨਾਲ ਖੁਰਦ-ਫੁਰਦ ਕੀਤੀ ਤੁਹਾਡੇ ਸਾਹਮਣੇ ਫੈਕਚੁਅਲ ਗੱਲਾਂ ਦੇ ਉੱਤੇ ਅਸੀਂ ਗੱਲ ਕੀਤੀ ਆ। ਔਰ ਇਸ ਤੋਂ ਇਲਾਵਾ ਸਾਡੀ ਮਤਲਬ ਮੇਰਾ ਸਿਰਫ ਇੰਨੀ ਕੁ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਵੇਖੋ ਇੱਕ ਪਾਸੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਆ, ਹੁਣ ਉਹੀ CBI ਕਰ ਰਹੀ ਆ ਜੋ 2007 ਤੋਂ 17 ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਕੀ ਕਹਿੰਦੇ ਅਕਾਲੀ ਦਲ ਨੇ ਇੱਥੇ ਪੰਜਾਬ ਪੁਲਿਸ ਨੂੰ ਦੇ ਰਾਹੀਂ ਇਹ ਕੀਤਾ। ਹੁਣ CBI ਨੇ ਕਲੋਜ਼ਰ ਰਿਪੋਰਟ ਫਾਈਲ ਕਰ ਰਹੀ ਆ ਔਰ ਕਦੋਂ ਕਰ ਰਹੀ ਆ? ਜਦੋਂ ਹਾਈ ਕੋਰਟ ਦੇ ਵਿੱਚ ਇੰਪੋਰਟੈਂਟ ਗੱਲਾਂ ਵਾ, ਸ਼ਾਇਦ ਲੋਕਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਆ ਪਾਉਂਦੀਆਂ ਕਿਉਂਕਿ 2000 ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਵਾ CBI ਮੰਨ ਲੈਂਦੀ ਆ ਵੀ ਠੀਕ ਆ ਵੀ ਅਸੀਂ ਇਹਨਾਂ ਨੂੰ ਵਾਪਸ ਫਾਈਲ ਭੇਜ ਦਾਂਗੇ। ਹਾਈ ਕੋਰਟ ਦੇ ਵਿੱਚ ਇਹ ਫੈਸਲਾ ਹੋ ਜਾਂਦਾ। ਹਾਈ ਕੋਰਟ ਪਾਰਟਿਕੂਲਰਲੀ ਪੁਆਇੰਟ ਆਊਟ ਕਰਦੀ ਆ ਵੀ ਤੁਸੀਂ ਇੰਨੇ ਸਾਲਾਂ ਦੇ ਵਿੱਚ 2.5 ਸਾਲਾਂ ਦੇ ਵਿੱਚ ਇਨਵੈਸਟੀਗੇਸ਼ਨ ਕਿੱਥੇ ਲੈ ਕੇ ਗਏ ਔਰ ਇਹ ਮੰਨਦੇ ਆ ਵੀ ਨਹੀਂ ਸਾਡੀ ਇਨਵੈਸਟੀਗੇਸ਼ਨ ਨਹੀਂ ਵਧੀ। ਫਿਰ ਇਹ 6 ਮਹੀਨਿਆਂ ਬਾਅਦ ਇਹ CBI ਕਿਉਂ ਕਲੋਜ਼ਰ ਰਿਪੋਰਟ ਫਾਈਲ ਕਰਦੀ ਆ? ਵੱਡਾ ਸਵਾਲ ਹੈਗਾ ਇਹ ਵੀ CBI ਪਹਿਲੋਂ ਕੋਰਟ ਦੇ ਵਿੱਚ ਐਫੀਡੇਵਿਟ ਫਾਈਲ ਕਰਦੀ ਆ ਵੀ ਹਾਂਜੀ ਇਨਵੈਸਟੀਗੇਸ਼ਨ ਜਿਹੜੀ ਆ ਨਹੀਂ ਕੀਤੀ। ਹਾਈ ਕੋਰਟ ਦੇ ਡਾਇਰੈਕਸ਼ਨ ਦੇ ਉੱਤੇ SIT ਨੂੰ ਵਾਪਸ ਉਹ ਇਨਵੈਸਟੀਗੇਸ਼ਨ ਦਿੱਤੀ ਜਾਂਦੀ ਆ, ਲੇਕਿਨ ਫਿਰ CBI ਆਪਣੇ ਆਪ ਹਰਕਤ 'ਚ ਆ ਜਾਂਦੀ ਆ ਔਰ ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦੀ ਆ। ਸੋ ਇਹ ਦੋ ਚੀਜ਼ਾਂ ਦਾ ਫਰਕ ਆ ਜਿਹੜਾ ਲੋਕਾਂ ਦੇ ਅੱਗੇ ਆਉਣ ਵਾਲਾ ਜ਼ਰੂਰੀ ਆ। ਕਾਂਗਰਸ ਪਾਰਟੀ ਦੀ ਰਾਜ ਦੇ ਵਿੱਚ ਜਿਵੇਂ ਇਨਵੈਸਟੀਗੇਸ਼ਨ ਹੋਈ, ਕਿਵੇਂ ਇਨਵੈਸਟੀਗੇਸ਼ਨ ਅੱਗੇ ਵਧੀ, ਕਿਵੇਂ ਅਰੈਸਟ ਹੋਏ ਔਰ ਕਿਸ ਤਰੀਕੇ ਨਾਲ ਅਕਾਲੀ ਦਲ ਦੇ ਰਾਜ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਯੂ ਟਰਨ ਲੈ ਕੇ ਪ੍ਰੈਸ਼ਰ ਦੇ ਰਾਹੀਂ ਅਫਸਰਾਂ ਰਾਹੀਂ ਆਪਣਾ ਕਹਿੰਦੇ ਵਕੀਲਾਂ ਰਾਹੀਂ ਆਪਣੀ ਸਰਕਾਰੀ ਮਸ਼ੀਨਰੀ ਰਾਹੀਂ ਇਨਵੈਸਟੀਗੇਸ਼ਨ ਨੂੰ ਇਹਨਾਂ ਨੇ ਦੋ ਪਾਸੇ ਕੀਤਾ। ਇਹ ਫਰਕ ਆ ਦੋਵੇਂ ਸਰਕਾਰਾਂ ਦੇ ਵਿੱਚ। ਗੱਲ ਕਰ ਦਿੰਦੇ ਨਾ 4 ਨੌਜਵਾਨਾਂ ਨੂੰ ਆਪਣੀ ਰੈਲੀ 'ਚ ਪੁੱਛ ਲੈਣਗੇ ਹਾਂਜੀ ਹਾਂਜੀ ਤੁਹਾਨੂੰ ਨੌਕਰੀ ਮਿਲੀ, ਹਾਂਜੀ ਹਾਂਜੀ ਤੁਹਾਨੂੰ ਇਹ ਮਿਲਿਆ। ਅਸੀਂ ਤੁਹਾਨੂੰ ਵਿਦ ਫੈਕਟਸ ਐਂਡ ਫਿਗਰਸ ਆਵਾਂਗੇ ਕਿੰਨੇ ਸੈਲਫ ਇੰਪਲੋਇਡ ਬੰਦਿਆਂ ਨੂੰ ਨੌਕਰੀਆਂ ਮਿਲੀਆਂ, ਕਿੰਨੀ ਪ੍ਰਾਈਵੇਟ ਇਨਵੈਸਟਮੈਂਟਸ ਦੇ ਵਿੱਚ ਨੌਕਰੀਆਂ ਮਿਲੀਆਂ, ਕਿੰਨਿਆਂ ਮੁੱਦਿਆਂ ਦੇ ਉੱਤੇ ਸਰਕਾਰ ਨੇ ਡਰੱਗਸ ਦੇ ਵਿੱਚ ਵੱਡੀ ਗੱਲ ਇੱਕ ਜਿਹੜੀ ਡਰੱਗਸ ਦੇ ਉੱਤੇ ਚਲੋ ਅੱਜ ਮੁੱਦਾ ਇਹ ਹੈਗਾ ਵਾ ਲੇਕਿਨ ਫਿਰ ਵੀ ਡਰੱਗਸ ਦੇ ਉੱਤੇ ਗੱਲ ਕਰ ਦਿੰਦੇ ਆ। ਹੈਲਥ ਮਿਨਿਸਟਰੀ ਦੇ ਅੰਡਰ 40 ਲੱਖ ਬੱਚਾ ਬੜੀ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਇਨਰੋਲ ਕਰ ਚੁੱਕਾ ਵਾ। ਇਹ ਇੱਕ ਸਰਕਾਰ ਦੀ ਵੱਡੀ ਅਚੀਵਮੈਂਟ ਆ। 4.5 ਲੱਖ ਦੇ ਆਸ-ਪਾਸ ਨੌਜਵਾਨ ਓਟ ਸੈਂਟਰਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਚੁੱਕੇ ਆ ਦਵਾਈ ਵਾਸਤੇ ਡੀ ਐਡਿਕਸ਼ਨ ਸੈਂਟਰਸ ਦੇ ਤੌਰ ਦੇ ਉੱਤੇ। 6 ਲੱਖ ਡੈਪੋ ਦੇ ਵਿੱਚ ਜਿਹੜੇ 6 ਲੱਖ ਡਰੱਗ ਐਂਡ ਪ੍ਰੀਵੈਂਸ਼ਨ ਅਫਸਰ ਅਸੀਂ ਵੋਲੰਟਰਲੀ ਰਿਕਰੂਟ ਕਰ ਚੁੱਕੇ ਹਾਂ। ਸਵਾਲ ਜ਼ਰੂਰ ਹੈਗੇ ਆ ਲੇਕਿਨ ਉਹਨਾਂ ਦੇ ਜਵਾਬ ਵੀ ਹੋਣੇ ਚਾਹੀਦੇ ਆ ਕਿਉਂਕਿ ਇਹ ਫੈਕਚੁਅਲ ਡਾਟਾ ਵਾ ਪੰਜਾਬ ਦੀ
ਆਪਣਾ 2.5-3 ਕਰੋੜ ਦੀ ਆਬਾਦੀ ਆ, ਉਹਦੇ ਵਿੱਚੋਂ ਅਸੀਂ ਨਹੀਂ ਇਹ ਕਹਿ ਰਹੇ ਵੀ ਹਾਂ ਵੀ ਅਸੀਂ ਬਿਲਕੁਲ ਨਹੀਂ ਕਹਿ ਰਹੇ, ਇਸ ਗੱਲ ਨੂੰ ਨਾ ਅਸੀਂ ਨਕਾਰ ਰਹੇ ਹਾਂ ਵੀ 100% ਕੰਪਲੀਟ ਇਹ ਚੀਜ਼ ਹੋ ਚੁੱਕੀ ਆ। ਲੇਕਿਨ ਹਾਂਜੀ, ਸਰਕਾਰ ਨੇ ਇਸ ਚੀਜ਼ ਦੇ ਵਿੱਚ ਪ੍ਰੋਗਰੈਸ ਕੀਤੀ ਆ ਪਿਛਲੀ ਸਰਕਾਰ ਨਾਲੋਂ। ਅਗਰ ਉਸ ਸਰਕਾਰ ਨੇ ਕੱਖ ਨਹੀਂ ਕੀਤਾ ਸੀਗਾ, ਇਸ ਸਰਕਾਰ ਨੇ ਉਹਨਾਂ ਤੋਂ ਅੱਗੇ ਵਧੇ ਆ, ਔਰ ਇਹੀ ਸਾਡੀ ਸਰਕਾਰ ਦੇ ਵਿੱਚ ਵੱਡੀ, ਮੈਂ ਕਹੂੰਗਾ ਇਹਦੇ ਅੰਦਰ ਕਹਿਣ 'ਚ ਕੋਈ ਗਰੇਜ ਨਹੀਂ ਹੋਣਾ ਚਾਹੀਦਾ, ਇਹ ਸਾਡੀ ਸਰਕਾਰ ਦੀ ਵੱਡੀ ਅਚੀਵਮੈਂਟ ਰਹੀ ਆ। ਭਾਵੇਂ ਡਰੱਗਸ ਪ੍ਰੋਗਰਾਮ ਦੇ ਹੋਵੇ, ਭਾਵੇਂ ਜੌਬ ਸਿਨੈਰੀਓ ਨੈਸ਼ਨਲ ਤੋਂ ਸਵਾਲ ਨਹੀਂ ਪੁੱਛਣਗੇ ਵੀ ਨੈਸ਼ਨਲ ਦੇ ਵਿੱਚ ਮੋਦੀ ਸਾਹਿਬ ਨੇ ਜੋ ਇਕਨੋਮੀ ਦਾ ਹਾਲ ਕੀਤਾ, ਜੋ ਇਨਵੈਸਟਮੈਂਟ ਦਾ ਹਾਲ ਕੀਤਾ। ਪਹਿਲੀ ਗੱਲ ਤਾਂ ਸਭ ਨੂੰ ਸਰਕਾਰੀ ਨੌਕਰੀਆਂ ਤਾਂ ਮਿਲਣ ਤੋਂ ਰਹੀਆਂ। ਅੱਜ ਦੇ ਕੈਬਨਿਟ ਦੇ ਫੈਸਲੇ ਵਿੱਚ ਘੱਟੋ ਘੱਟ 50,000 ਮੇਰੇ ਹਿਸਾਬ ਨਾਲ ਪ੍ਰਪੋਜ਼ਡ ਹੈਗੀਆਂ ਵਾ, ਅਗਰ ਪਾਸ ਹੋ ਜਾਂਦੀ ਆ, ਅਗਰ ਉਹ ਸਾਰੀਆਂ ਚੀਜ਼ਾਂ, ਤੇ 50,000 ਤੋਂ 60,000 ਨੌਕਰੀ ਸਰਕਾਰ ਸਰਕਾਰੀ ਤੌਰ ਦੇ ਉੱਤੇ ਦੇਣ ਜਾ ਰਹੀ ਆ ਆਉਣ ਵਾਲੇ ਸਮੇਂ 'ਚ, ਔਰ ਤਕਰੀਬਨ 20 ਤੋਂ 22,000 ਪਹਿਲੋਂ ਦੇ ਚੁੱਕੀ ਆ। ਤਕਰੀਬਨ 1 ਲੱਖ ਤੋਂ 1.5 ਲੱਖ ਦੇ ਵਿੱਚ ਸਰਕਾਰੀ ਨੌਕਰੀ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਵਿੱਚ ਦੇ ਕੇ ਜਾਊਗੀ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।